ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਆਪਾਂ ਸਮਾਨਤਾ ਬਾਰੇ ਪੜ੍ਹ ਰਹੇ ਸੀਗੇ। ਸਮਾਨਤਾ ਨੂੰ ਅੱਜ ਆਪਾਂ ਦੁਬਾਰਾ ਤੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ, ਕੁਛ ਨਵੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਤੁਹਾਨੂੰ। ਸਭ ਤੋਂ ਪਹਿਲਾਂ ਸਮਾਨਤਾ ਦਾ ਅਰਥ ਕੀ ਹੁੰਦਾ ਹੈਗਾ, ਮੀਨਿੰਗ ਆਫ ਇਕੁਐਲਿਟੀ, ਇਹਦੇ ਬਾਰੇ ਪੜ੍ਹਾਂਗੇ। ਸਮਾਨਤਾ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ, ਪ੍ਰਸ਼ਨ ਇਹ ਬਣਦਾ ਪਹਿਲਾਂ ਕਿ ਕੀ ਕੁਦਰਤ ਨੇ ਸਾਨੂੰ ਇੱਕੋ ਜਿਹਾ ਬਣਾਇਆ? ਕੀ ਕੁਦਰਤ ਨੇ ਸਾਨੂੰ ਇੱਕੋ ਜਿਹਾ ਬਣਾਇਆ? ਜਵਾਬ ਆਏਗਾ ਨਹੀਂ। ਗੁਰਬਾਣੀ ਇਸ ਦਾ ਹਵਾਲਾ ਦਿੰਦੀ ਹੈ। ਜਦੋਂ ਤੁਸੀਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋ ਤਾਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜੈਨੋ ਪਾਈ। ਤਾਂ ਹਰੇਕ ਚੀਜ਼ ਪਰਮਾਤਮਾ ਨੇ ਅਲੱਗ-ਅਲੱਗ ਪੈਦਾ ਕੀਤੀ ਹੈ, ਸਮਾਨ ਪੈਦਾ ਨਹੀਂ ਕੀਤੀ। ਸਭ ਤੋਂ ਪਹਿਲੇ ਸਵਾਲ ਦਾ ਜਵਾਬ ਇਹ ਮਿਲ ਗਿਆ। ਠੀਕ ਹੈ, ਕੁਦਰਤ ਨੇ ਸਾਨੂੰ ਇੱਕੋ ਜਿਹਾ ਨਹੀਂ ਬਣਾਇਆ, ਅਲੱਗ-ਅਲੱਗ ਬਣਾਇਆ। ਅੱਛਾ ਜੀ, ਫਿਰ ਸਮਾਨਤਾ ਦੀ ਗੱਲ ਅਸੀਂ ਕਿਉਂ ਕਰ ਰਹੇ ਹਾਂ? ਸਮਾਨਤਾ ਕਿਉਂ ਜ਼ਰੂਰੀ ਹੈ? ਸਮਾਨਤਾ ਇਸ ਲਈ ਜ਼ਰੂਰੀ ਹੈ, ਇਸ ਲਈ ਤੁਸੀਂ ਪੜ੍ਹ ਰਹੇ ਹੋ ਕਿਉਂਕਿ ਜੇ ਤੁਸੀਂ ਵਿਕਾਸ ਕਰਨਾ ਹੈ, ਮਨੁੱਖੀ ਸੱਭਿਅਤਾ ਦਾ ਵਿਕਾਸ ਕਰਨਾ ਹੈ, ਤਾਂ ਤੁਹਾਨੂੰ ਸਮਾਨਤਾ ਲੈ ਕੇ ਆਉਣੀ ਪਊਗੀ। ਠੀਕ ਹੈ, ਜਿਵੇਂ ਅਮੀਰ ਹੋ ਗਏ, ਗਰੀਬ ਹੋ ਗਏ। ਜੇ ਗਰੀਬ ਨੂੰ ਉਹ ਹੱਕ ਨਹੀਂ ਮਿਲਣਗੇ ਤਾਂ ਉਹ ਪਿੱਛੇ ਰਹਿ ਜਾਊਗਾ ਜਾਂ ਖਤਮ ਹੋ ਜਾਊਗਾ ਜਾਂ ਉਸ ਦਾ ਵਜੂਦ ਹੀ ਮਿਟ ਜਾਵੇਗਾ। ਠੀਕ ਹੈ, ਤਾਂ ਜੇਕਰ ਤੁਸੀਂ ਸਮਾਨਤਾ ਲੈ ਕੇ ਆਓਗੇ ਤਾਂ ਤੁਹਾਡਾ ਵਿਕਾਸ ਸੰਭਵ ਹੈ। ਅਗਲਾ ਸਵਾਲ ਆਉਂਦਾ ਹੈ, ਅਸੀਂ ਸਮਾਨਤਾ ਕਿਵੇਂ ਲਿਆ ਸਕਦੇ ਹਾਂ? ਠੀਕ ਹੈ, ਹੁਣ ਜੇ ਇਹ ਕਹਿ ਦਿੱਤਾ ਜਾਵੇ ਕਿ ਸਾਰਿਆਂ ਦੀਆਂ ਤਨਖਾਹਾਂ ਜਾਂ ਸਾਰਿਆਂ ਦੀ ਆਮਦਨ ਨੂੰ ਇੱਕੋ ਜਿਹਾ ਕਰ ਦਿਓ। ਠੀਕ ਹੈ, ਸਾਰਿਆਂ ਦੀ ਆਮਦਨ ਨੂੰ ਇੱਕੋ ਜਿਹਾ ਕਰ ਦਿਓ, ਤਾਂ ਇਹ ਢੰਗ ਸਹੀ ਹੈ ਜਾਂ ਗਲਤ? ਇਸ ਦਾ ਜਵਾਬ ਤੁਸੀਂ ਕਮੈਂਟ 'ਚ ਦੇਣਾ। ਉਸ ਤੋਂ ਅੱਗੇ ਜੇ ਮੈਂ ਕਹਾਂ ਕਿ ਸਮਾਨ ਮੌਕੇ ਦੇ ਕੇ ਜਾਂ ਫਿਰ ਵਿਤਕਰਿਆਂ ਦੀ ਸਮਾਪਤੀ ਕਰਕੇ ਅਸੀਂ ਸਮਾਨਤਾ ਲਿਆ ਸਕਦੇ ਹਾਂ, ਤਾਂ ਇਹ ਪੁਆਇੰਟ ਜ਼ਿਆਦਾ ਸਹੀ ਹੋਊਗਾ। ਠੀਕ ਹੈ, ਜੇ ਤੁਸੀਂ ਇਹ ਕਹੋਗੇ ਕਿ ਸਰ ਸਾਰਿਆਂ ਦੀ ਵੰਡ, ਆਮਦਨ ਦੀ ਵੰਡ ਅਸੀਂ ਇਕੁਅਲ ਕਰ ਦਾਂਗੇ, ਤਾਂ ਇਹ ਕੀ ਹੋ ਜਾਊਗਾ? ਗਲਤ ਹੋ ਜਾਊਗਾ। ਕੀ ਸਮਝੇ ਤੁਸੀਂ? ਕੀ ਸਮਝੇ ਇਸ ਤੋਂ? ਸਮਾਨਤਾ ਕੀ ਹੈ? ਸਮਾਨ ਮੌਕੇ ਅਤੇ ਵਿਤਕਰਿਆਂ ਨੂੰ ਖਤਮ ਕਰਨਾ। ਸਮਾਨਤਾ ਤੋਂ ਕੀ ਸਮਝੇ? ਸਮਾਨ ਮੌਕੇ ਅਤੇ ਵਿਤਕਰਿਆਂ ਨੂੰ ਖਤਮ ਕਰਨਾ ਹੀ ਸਾਡਾ ਉਦੇਸ਼ ਹੈ। ਇਸੇ ਨੂੰ ਅਸੀਂ ਸਮਾਨਤਾ ਕਹਿੰਦੇ ਹੈਗੇ। ਠੀਕ ਹੈ, ਸਮਾਨਤਾ ਦੇ ਦੋ ਪੱਖ ਨੇ, ਇੱਕ ਹੈ ਨੈਗੇਟਿਵ, ਇੱਕ ਹੈ ਪੋਜ਼ੀਟਿਵ। ਨੈਗੇਟਿਵ ਦੇ ਵਿੱਚ ਆਉਂਦਾ ਹੈ ਕਿ ਸਾਰਿਆਂ ਨੂੰ ਸਮਾਨ ਅਧਿਕਾਰ ਅਤੇ ਸਮਾਨ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ। ਇਹ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਜੇਕਰ ਅਸੀਂ ਡਾਕਟਰ, ਮਜ਼ਦੂਰ ਅਤੇ ਇੰਜੀਨੀਅਰ ਦੀ ਤਨਖਾਹ ਹੈਗੀ ਜਿਹੜੀ ਬਰਾਬਰ ਕਰ ਦਾਂਗੇ, ਤਾਂ ਇਹ ਤਾਂ ਮਤਲਬ ਫਰਕ ਹੋ ਗਿਆ ਡਾਕਟਰ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਨਾਲ। ਇੰਜੀਨੀਅਰ ਦੇ ਮਤਲਬ ਰੁਤਬੇ ਦੇ ਨਾਲ ਇਨਸਾਫ ਨਹੀਂ ਕਰ ਰਹੇ ਅਸੀਂ। ਠੀਕ ਹੈ, ਕਿਉਂਕਿ ਜਿੱਥੇ ਮਜ਼ਦੂਰ ਕੰਮ ਕਰ ਰਿਹਾ, ਡਾਕਟਰ ਦੀ ਉਹ ਤੋਂ ਵੱਧ ਜ਼ਿੰਮੇਵਾਰੀ ਹੁੰਦੀ ਹੈ। ਠੀਕ ਹੈ, ਇੰਜੀਨੀਅਰ ਦੀ ਉਦੋਂ ਵੱਧ ਜ਼ਿੰਮੇਵਾਰੀ ਹੁੰਦੀ ਹੈ। ਤਾਂ ਸਾਰਿਆਂ ਨੂੰ ਸਮਾਨ ਅਧਿਕਾਰ ਦੇਣਾ ਅਤੇ ਸਮਾਨ ਸਹੂਲਤਾਂ ਦੇ ਦੇਣ ਦੇ ਨਾਲ ਸਮਾਨਤਾ ਦਾ ਉਦੇਸ਼ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਸਮਾਨਤਾ ਦਾ ਉਦੇਸ਼ ਨਹੀਂ ਕੀਤਾ ਜਾ ਸਕਦਾ। ਹੁਣ ਇਸ ਦਾ ਪੋਜ਼ੀਟਿਵ ਪੱਖ ਇਹ ਹੈ ਕਿ ਸਮਾਨਤਾ ਲਿਆਂਦੀ ਕਿਵੇਂ ਜਾ ਸਕਦੀ ਹੈ? ਯੋਗਤਾ ਦੇ ਅਨੁਸਾਰ। ਠੀਕ ਹੈ, ਯੋਗਤਾ ਦੇ ਅਨੁਸਾਰ ਵਿਕਾਸ ਕਰਨ ਲਈ ਉਚਿਤ ਮੌਕੇ ਪ੍ਰਦਾਨ ਕੀਤੇ ਜਾਣ। ਕਿਹਦੇ ਮੁਤਾਬਕ? ਇੱਥੇ ਕੀ ਸ਼ਬਦ ਜੋੜਤਾ? ਯੋਗਤਾ। ਹਾਂ, ਸਮਾਨਤਾ ਦੇ ਸਾਨੂੰ ਵਿਕਾਸ ਦੇ ਲਈ ਕੀ ਜ਼ਰੂਰੀ ਹੈ? ਅਸੀਂ ਵਿਤਕਰੇ ਖਤਮ ਕਰਨੇ ਨੇਗੇ, ਵਿਤਕਰੇ ਖਤਮ ਕਰਨੇ ਨੇ, ਵਿਸ਼ੇਸ਼ ਅਧਿਕਾਰ ਕਿਸੇ ਨੇ ਨੂੰ ਦੇਣਾ, ਸਮਾਨ ਸਾਰਿਆਂ ਦੇ ਲਈ ਇਕੁਅਲ ਮੌਕੇ ਪ੍ਰਦਾਨ ਕਰਨੇ ਨੇ, ਪਰ ਯੋਗਤਾ ਦੇ ਅਨੁਸਾਰ ਕਰਨੇ ਨੇ। ਠੀਕ ਹੈ, ਜੇਕਰ ਯੋਗਤਾ ਦੇ ਮੁਤਾਬਕ ਨਹੀਂ ਕਰਾਂਗੇ ਤਾਂ ਮਜ਼ਦੂਰ ਦੀ ਤਨਖਾਹ ਜਦੋਂ ਅਸੀਂ ਬਰਾਬਰ ਕਰ ਦਾਂਗੇ ਡਾਕਟਰ ਦੇ, ਤਾਂ ਡਾਕਟਰ ਦੇ ਨਾਲ ਇਨਸਾਫ ਨਹੀਂ ਹੋਊਗਾ। ਠੀਕ ਹੈ, ਅੱਗੇ ਦੇਖੋ, ਹੁਣ ਕੀ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰ ਲਿਆ? ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਅੱਜ ਤੱਕ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰ ਲਿਆ। ਕਿਉਂਕਿ ਇੱਥੇ ਕੀ ਹੈ, ਜਿੱਥੇ ਵਿਸ਼ੇਸ਼ ਅਧਿਕਾਰਾਂ ਵਾਲਾ ਵਰਗ ਨਾ ਰਹੇ, ਜਿੱਥੇ ਯੋਗਤਾ ਦੇ ਅਨੁਸਾਰ ਮੌਕੇ ਵਿਕਾਸ ਕਰਨ ਦੇ ਮਿਲਦੇ ਹੋਣ, ਉਚਿਤ ਮੌਕੇ ਮਿਲਦੇ ਹੋਣ, ਉੱਥੇ ਹੀ ਬੇਟਾ ਜੀ ਸਮਾਨਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਸਮਾਨਤਾ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਹੁਣ ਇਸੇ ਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਕਿ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰ ਲਿਆ, ਕਿ ਅਸੀਂ ਵਿਸ਼ੇਸ਼ ਵਰਗਾਂ ਨੂੰ ਖਤਮ ਕਰਤਾ। ਜੇ ਅਸੀਂ ਵਿਸ਼ੇਸ਼ ਵਰਗਾਂ ਨੂੰ ਖਤਮ ਕਰਤਾ ਤਾਂ ਅਸੀਂ ਸਮਾਨਤਾ ਪ੍ਰਾਪਤ ਕਰ ਲਈ। ਠੀਕ ਹੈ,
ਅੱਗੇ ਦੇਖਦੇ ਹਾਂ। ਹੁਣ ਸਮਾਨਤਾ ਦੀਆਂ ਦੋ ਪਰਿਭਾਸ਼ਾਵਾਂ ਦਿੱਤੀਆਂ ਨੇ, ਠੀਕ ਹੈ, ਬੜੀਆਂ ਮਹੱਤਵਪੂਰਨ ਨੇ, ਇੰਪੋਰਟੈਂਟ ਨੇਗੀਆਂ ਪੇਪਰ ਪੁਆਇੰਟ ਆਫ ਵਿਊ ਤੋਂ। ਤਾਂ ਬੇਟਾ ਤੁਸੀਂ ਇਸ ਨੂੰ ਨੋਟ ਵੀ ਕਰ ਲੈਣਾ। ਪਹਿਲੀ ਐਗਜ਼ਾਮਪਲ ਹੈ ਲਾਸਕੀ ਦੀ। ਕਹਿੰਦੇ ਸਮਾਨਤਾ ਦਾ ਅਰਥ ਇਹ ਨਹੀਂ ਕਿ ਹਰ ਵਿਅਕਤੀ ਨਾਲ ਇੱਕੋ ਜਿਹਾ ਵਿਵਹਾਰ ਕੀਤਾ ਜਾਵੇ, ਜਿਵੇਂ ਕਿ ਆਪਾਂ ਪਹਿਲਾਂ ਦੇਖ ਲਿਆ ਮਜ਼ਦੂਰ ਅਤੇ ਡਾਕਟਰ ਦੇ ਨਾਲ, ਠੀਕ ਹੈ। ਹਰ ਵਿਅਕਤੀ ਨੂੰ ਇੱਕੋ ਜਿਹੀ ਮਜ਼ਦੂਰੀ ਦਿੱਤੀ ਜਾਵੇ, ਵੇਤਨ ਇੱਕੋ ਜਿਹਾ ਦਿੱਤਾ ਜਾਵੇ। ਜੇਕਰ ਇੱਕ ਇੱਟਾਂ ਲਗਾਉਣ ਵਾਲੇ ਨੂੰ ਇੱਕ ਹਿਸਾਬਦਾਨ ਜਾਂ ਇੱਕ ਵਿਗਿਆਨੀ ਦੀ ਸਮਾਨ ਤਨਖਾਹ ਦਿੱਤੀ ਜਾਵੇ ਤਾਂ ਇਸ ਨਾਲ ਸਮਾਜ ਦਾ ਉਦੇਸ਼ ਹੀ ਖਤਮ ਹੋ ਜਾਵੇਗਾ। ਇਸ ਲਈ ਹੁਣ ਮਤਲਬ ਡਾਕਟਰੀ ਬਣਨੋਂ ਬੰਦ ਹੋ ਜਾਣਗੇ। ਫਿਰ ਕਹੂਗਾ ਜਦੋਂ ਮਜ਼ਦੂਰ ਨੂੰ ਵੀ ਉਨੀ ਤਨਖਾਹ ਮਿਲਦੀ, ਮੈਂ ਡਾਕਟਰੀ ਦੀ ਪੜ੍ਹਾਈ ਕਾਹਦੇ ਵਾਸਤੇ ਕਰਨੀ, ਸਾਰੇ ਮਜ਼ਦੂਰੀ ਬਣਨ ਲੱਗ ਜਾਣਗੇ। ਇਸ ਲਈ ਸਮਾਨਤਾ ਦਾ ਅਰਥ ਇਹ ਹੈ ਕਿ ਵਿਸ਼ੇਸ਼ ਅਧਿਕਾਰਾਂ ਵਾਲਾ ਵਰਗ ਨਾ ਰਹੇ। ਤਾਂ ਵੈਰੀ ਇੰਪੋਰਟੈਂਟ ਲਾਈਨ ਹੈ ਬੇਟਾ ਇਹ। ਕੀ ਹੈ ਗਈ ਕਿ ਵਿਸ਼ੇਸ਼ ਅਧਿਕਾਰਾਂ ਵਾਲੇ ਵਰਗ ਦੀ ਸਮਾਪਤੀ ਕਰ ਦੇਣਾ, ਵਿਸ਼ੇਸ਼ ਅਧਿਕਾਰਾਂ ਵਾਲੇ ਵਰਗ ਦੀ ਸਮਾਪਤੀ ਕਰ ਦੇਣਾ ਅਤੇ ਦੂਜਿਆਂ ਨੂੰ ਸਾਰਿਆਂ ਨੂੰ ਯੋਗਤਾ ਅਨੁਸਾਰ ਮੌਕੇ ਪ੍ਰਦਾਨ ਕਰਨੇ। ਇਹੀ ਕੀ ਹੁੰਦੀ ਹੈ, ਸਮਾਨਤਾ ਹੁੰਦੀ ਹੈ। ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਪ੍ਰੋਫੈਸਰ ਡੀ ਰਫੇਲ ਦੀ ਜਿਹੜੀ ਡੈਫੀਨੇਸ਼ਨ ਹੈ। ਸਮਾਨਤਾ ਦੇ ਅਧਿਕਾਰ ਦਾ ਅਰਥ ਸਾਰੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ, ਜਿਸ ਵਿੱਚ ਵਿਕਾਸ ਦੀ ਲੋੜ ਅਤੇ ਮਨੁੱਖੀ ਯੋਗਤਾਵਾਂ ਦਾ ਪ੍ਰਯੋਗ ਵੀ ਸ਼ਾਮਲ ਹੈ, ਦੀ ਸੰਤੁਸ਼ਟੀ ਹੈ। ਠੀਕ ਹੈ ਜੀ, ਦੁਬਾਰੇ ਸਮਝ ਲਓ। ਸਮਾਨਤਾ ਦੇ ਅਧਿਕਾਰ ਦਾ ਅਰਥ ਕੀ ਹੈਗਾ, ਸਾਰੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਤਾਂ ਪੂਰੀਆਂ ਕਰਨੀਆਂ ਹੀ ਕਰਨੀਆਂ ਨੇ, ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ, ਮੁੱਢਲੀਆਂ ਲੋੜਾਂ ਸਾਰਿਆਂ ਦੀਆਂ ਇੱਕ ਸਮਾਨ ਪੂਰੀਆਂ ਕਰਨੀਆਂ ਨੇ। ਇਹਦੇ ਵਿੱਚ ਉਹਨਾਂ ਦੇ ਵਿਕਾਸ ਦੀ ਲੋੜ, ਮਨੁੱਖੀ ਯੋਗਤਾਵਾਂ ਦਾ ਪ੍ਰਯੋਗ ਵੀ ਸ਼ਾਮਲ ਹੈ, ਦੀ ਸੰਤੁਸ਼ਟੀ ਕਰਨਾ। ਮਤਲਬ ਕੀ ਹੈ, ਸਾਰੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨਾ ਸਮਾਨਤਾ ਹੈ। ਹੁਣ ਅਸੀਂ ਇਸ ਸਿੱਟੇ 'ਤੇ ਪੁੱਛਦੇ ਹਾਂ ਕਿ ਸਮਾਨਤਾ ਦਾ ਭਾਵ ਵਿਸ਼ੇਸ਼ ਅਧਿਕਾਰਾਂ ਦੀ ਸਮਾਪਤੀ, ਰਾਜ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਵਿਕਾਸ ਲਈ ਉਚਿਤ ਮੌਕੇ ਜਾਂ ਸਮਾਨ ਮੌਕੇ ਪ੍ਰਦਾਨ ਕਰਨਾ। ਜਿਸ ਸਮਾਜ ਵਿੱਚ ਕਿਸੇ ਵਰਗ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ, ਉਸ ਸਮਾਜ ਵਿੱਚ ਸਮਾਨਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਠੀਕ ਹੈ, ਤੁਸੀਂ ਐਨਾਲਾਈਸਿਸ ਜੋ ਵੀ ਤੁਸੀਂ ਆਪਣੇ ਅਨੁਭਵ ਕੀਤਾ ਹੋਵੇ ਆਪਣੇ ਆਲੇ ਦੁਆਲੇ ਦੇ ਵਿੱਚ, ਸਮਾਜ ਦੇ ਵਿੱਚ, ਉਸ ਨੂੰ ਕਮੈਂਟ ਬਾਕਸ ਦੇ ਵਿੱਚ ਲਿਖਣਾ ਕਿ ਅਸੀਂ ਸਮਾਨਤਾ ਦਾ ਟੀਚਾ, ਹਾਲਾਂਕਿ ਸਾਨੂੰ ਅਧਿਕਾਰ ਦਿੱਤਾ ਗਿਆ ਹੋਇਆ ਹੈ, ਸਮਾਨਤਾ ਦਾ ਅਧਿਕਾਰ ਹੈ, ਰਾਈਟ ਟੂ ਇਕੁਐਲਿਟੀ, 14 ਤੋਂ ਲੈ ਕੇ ਸਾਨੂੰ 18 ਤੱਕ ਸਾਡੇ ਆਰਟੀਕਲ ਨੇ ਜਿਹੜੇ ਸਮਾਨਤਾ ਦੀ ਗੱਲ ਕਰਦੇ ਨੇ। ਠੀਕ ਹੈ, ਸਮਾਨਤਾ ਦੀਆਂ ਬੇਟਾ ਜੀ ਕਿਸਮਾਂ ਹੁੰਦੀਆਂ ਨੇ। ਠੀਕ ਹੈ, ਸਭ ਤੋਂ ਪਹਿਲਾਂ ਹੈਗੀ ਹੈ ਕੁਦਰਤੀ ਸਮਾਨਤਾ। ਅਸੀਂ ਪੜ੍ਹਿਆ ਕਿ ਕੁਦਰਤ ਨੇ ਸਾਨੂੰ ਪੈਦਾ ਇੱਕੋ ਜਿਹਾ ਨਹੀਂ ਕੀਤਾ, ਰੰਗੀ ਭਾਂਤੀ ਪੈਦਾ ਕੀਤੀ ਹੈ। ਠੀਕ ਹੈ, ਤਾਂ ਇੱਕ ਆਦਰਸ਼ ਹੈ ਸਾਡਾ ਕਿ ਕੁਦਰਤੀ ਸਮਾਨਤਾ ਦੇ ਜਿਹੜੇ ਆਦਰਸ਼ ਨੂੰ ਅਸੀਂ ਸਾਰੇ ਕਿਤੇ ਲਾਗੂ ਕਰ ਸਕੀਏ। ਹੁਣ ਕੁਦਰਤੀ ਸਮਾਨਤਾ ਦਾ ਮਤਲਬ ਇਹ ਸੀ ਕਿ ਕੁਦਰਤ ਨੇ ਕਿਸੇ ਦੇ ਤਾਂ ਰੰਗ 'ਚ ਮਤਲਬ ਕਿਸੇ ਨੂੰ ਕਾਲਾ ਪੈਦਾ ਕੀਤਾ, ਕਿਸੇ ਨੂੰ ਗੋਰਾ ਪੈਦਾ ਕੀਤਾ, ਕਿਸੇ ਨੂੰ ਭੂਰਾ ਪੈਦਾ ਕੀਤਾ। ਤਾਂ ਸਮਾਜ ਦੇ ਵਿੱਚ ਸ਼ੁਰੂਆਤ ਦੇ ਵਿੱਚ ਇਹ ਹਾਲਾਤ ਰਹੇ ਨੇ ਕਿ ਜਿਹੜੇ ਗੋਰੇ ਨੇ ਉਹ ਤਾਂ ਦੇਵਤੇ ਨੇ ਅਤੇ ਜਿਹੜੇ ਕਾਲੇ ਨੇ ਉਹ ਕੌਣ ਨੇ, ਰਾਕਸ਼ਸ ਨੇ। ਤੁਸੀਂ ਭਾਰਤੀ ਮੈਥੋਲੋਜੀ ਨੂੰ ਜਦੋਂ ਦੇਖੋਗੇ ਤਾਂ ਉੱਥੇ ਤੁਹਾਨੂੰ ਇਹੀ ਮਿਲੂਗਾ, ਕਾਲੇ ਲੋਕਾਂ ਨੂੰ ਰਾਕਸ਼ਸ ਅਤੇ ਗੋਰੇ ਲੋਕਾਂ ਨੂੰ ਦੇਵਤੇ ਦੇ ਤੌਰ 'ਤੇ ਦੇਖਿਆ ਜਾਂਦਾ ਸੀ। ਤਾਂ ਇੱਥੇ ਤਾਂ ਬੇਟਾ ਜੀ ਅਸੀਂ ਕੁਦਰਤੀ ਤੌਰ 'ਤੇ ਸਮਾਨ ਨਹੀਂ ਹੋਏ। ਠੀਕ ਹੈ, ਕਿਉਂਕਿ ਰੰਗ ਦੇ ਆਧਾਰ 'ਤੇ ਭੇਦਭਾਵ ਕੀਤਾ ਜਾਣ ਲੱਗਾ। ਤਾਂ ਇਹ ਸਾਡਾ ਇੱਕ ਆਦਰਸ਼ ਹੈ ਕਿ ਅਸੀਂ ਰੰਗ ਦੇ ਆਧਾਰ 'ਤੇ ਭੇਦਭਾਵ ਨਾ ਕਰੀਏ। ਠੀਕ ਹੈ, ਸ਼ਕਲਾਂ ਦੇ ਆਧਾਰ 'ਤੇ ਜਿਵੇਂ ਚੀਨੀ ਦੀਆਂ ਸ਼ਕਲਾਂ ਦੇਖ ਲਈਏ ਅਤੇ ਸਾਡੀਆਂ ਦੇਖ ਲਈਏ ਮੱਧ ਏਸ਼ੀਆ ਦੇ ਜਿਹੜੇ ਅਸੀਂ ਪ੍ਰਜਾਤੀ ਆਂਗੇ, ਠੀਕ ਹੈ, ਆਰੀਆ ਲੋਕ ਆਂਗੇ, ਤਾਂ ਇਹਨਾਂ ਦੀਆਂ ਸ਼ਕਲਾਂ ਦੇ ਵਿੱਚ ਵੀ ਫਰਕ ਪਾਇਆ ਜਾਂਦਾ ਹੈਗਾ। ਤਾਂ ਅਸੀਂ ਇਹਨਾਂ ਦੇ ਇਸ ਘਿਰਣਾ ਨਹੀਂ ਲੈ ਕੇ ਆਉਣੀ। ਮਤਲਬ ਕੀ ਹੈ ਕਿ ਅਸੀਂ ਕਿਸੇ ਨਾਲ ਰੰਗ ਦੇ ਆਧਾਰ 'ਤੇ ਜਾਂ ਸ਼ਕਲ ਦੇ ਆਧਾਰ 'ਤੇ ਘਿਰਣਾ ਕਰੀਏ, ਇਹ ਕੁਦਰਤੀ ਸਮਾਨਤਾ ਦੇ ਵਿਰੁੱਧ 'ਚ ਹੈ। ਅਸੀਂ ਇਸ ਸਮਾਨਤਾ ਨੂੰ ਲੈ ਕੇ ਆਉਣਾ ਸਾਡਾ ਇੱਕ ਆਦਰਸ਼ ਹੈ। ਅਗਲੀ ਹੈ ਬੇਟਾ ਜੀ ਸਮਾਜਿਕ ਸਮਾਨਤਾ। ਸਮਾਜਿਕ ਸਮਾਨਤਾ ਦੇ ਵਿੱਚ ਵਿਸ਼ੇਸ਼ ਵਰਗਾਂ ਦਾ ਹੋਣਾ ਮਤਲਬ ਅਣਹੋਂਦ ਹੋਣੀ ਜ਼ਰੂਰੀ ਹੈ। ਵਿਸ਼ੇਸ਼ ਵਰਗ ਕੋਈ ਨਹੀਂ ਹੋਣਾ ਚਾਹੀਦਾ। ਜਿਵੇਂ ਆਪਾਂ ਕੱਲ੍ਹ ਦੇਖਿਆ ਸੀ ਕਿ ਬ੍ਰਾਹਮਣ, ਖੱਤਰੀ, ਵੈਸ ਅਤੇ ਸ਼ੂਦਰ, ਠੀਕ ਹੈ, 4 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਬ੍ਰਾਹਮਣ ਦਾ ਅਧਿਕਾਰ ਸੀ ਕਿ ਉਹ ਪੜ੍ਹਾਈ ਕਰੂ, ਖੱਤਰੀ ਦਾ ਮਤਲਬ ਸੀ ਉਹ ਯੁੱਧ 'ਚ ਲੜੂਗਾ, ਠੀਕ ਹੈ, ਵੈਸ਼ ਖੇਤੀਬਾੜੀ ਇਹ ਕੰਮ ਕਰੂ ਅਤੇ ਸ਼ੂਦਰ ਇਹਨਾਂ ਸਾਰਿਆਂ ਦਾ ਜਿਹੜਾ ਗੰਦਗੀ ਹੈ ਉਹ ਸਾਫ਼ ਸਫਾਈ ਕਰੂਗਾ। ਤਾਂ ਵਿਸ਼ੇਸ਼ ਵਰਗ ਬਣ ਗਏ ਬੇਟਾ ਜੀ। ਮੈਂ ਇਹਦੇ ਨਾਲ ਰਿਲੇਟਡ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਗਾ। ਕਹਿੰਦੇ ਇੱਕ ਵਾਰ ਮਤਲਬ ਗੁਰਬਾਣੀ ਦੇ ਵਿੱਚ ਆਉਂਦਾ ਗਾ, ਕਬੀਰ ਜੀ ਦੇ ਸਾਹਮਣੇ ਮਤਲਬ ਕੋਈ ਬ੍ਰਾਹਮਣ ਲੰਘ ਰਿਹਾ ਸੀਗਾ। ਕਬੀਰ ਜੀ ਉਸਨੂੰ ਸਵਾਲ ਕਰਦੇ ਨੇ ਕਿ ਬ੍ਰਾਹਮਣ ਜੀ, ਠੀਕ ਹੈ, ਤੁਸੀਂ ਬ੍ਰਾਹਮਣ ਕਿਵੇਂ ਹੋਗੇ, ਤੁਸੀਂ ਉੱਚੀ ਜਾਤ ਵਾਲੇ ਕਿਵੇਂ ਹੋ, ਤੁਸੀਂ ਵਿਸ਼ੇਸ਼ ਵਰਗ ਕਿਵੇਂ ਹੋਗੇ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਮਾਂ ਦੇ ਕੁੱਖੋਂ ਪੈਦਾ ਨਹੀਂ ਹੋਏ,
ਠੀਕ ਹੈ। ਕੀ ਤੁਸੀਂ ਮਾਂ ਦੇ ਕੁੱਖੋਂ ਪੈਦਾ ਨਹੀਂ ਹੋਏ? ਪਹਿਲਾ ਸਵਾਲ ਕੀਤਾ। ਬਾਹਮਣ ਨੇ ਜਵਾਬ ਦਿੱਤਾ, ਹਾਂ ਮਾਂ ਦੀ ਕੁੱਖੋਂ ਮੈਂ ਪੈਦਾ ਹੋਇਆ, ਮਾਂ ਦੀ ਕੁੱਖੋਂ ਪੈਦਾ ਹੋਇਆ। ਫਿਰ ਕਬੀਰ ਜੀ ਕਹਿੰਦੇ ਹਾਂ ਮੈਂ ਵੀ ਤਾਂ ਮਾਂ ਦੀ ਕੁੱਖੋਂ ਪੈਦਾ ਹੋਇਆ। ਕਬੀਰ ਜੀ ਨੇ ਕਿਹਾ ਮੈਂ ਵੀ ਤਾਂ ਮਾਂ ਦੀ ਕੁੱਖੋਂ ਪੈਦਾ ਹੋਇਆਗਾ। ਉਸ ਤੋਂ ਦੂਜਾ ਸਵਾਲ ਕਬੀਰ ਜੀ ਨੇ ਕੀਤਾ ਕਿ ਬ੍ਰਾਹਮਣ ਜੀ, ਕੀ ਤੁਹਾਡੀਆਂ ਰਗਾਂ ਦੇ ਵਿੱਚ ਦੁੱਧ ਦੌੜ ਰਿਹਾ ਹੈ? ਠੀਕ ਹੈ, ਅਤੇ ਮੇਰੀਆਂ ਰਗਾਂ ਦੇ ਵਿੱਚ ਲਹੂ ਦੌੜ ਰਿਹਾ ਹੈ, ਅਤੇ ਫਿਰ ਆਪਾਂ ਦੋਨੇ ਵੱਖ-ਵੱਖ ਕਿਵੇਂ ਹੋਏ? ਤੁਸੀਂ ਉੱਚੇ ਕਿਵੇਂ ਹੋਏ ਅਤੇ ਮੈਂ ਨੀਵਾਂ ਕਿਵੇਂ ਹੋਇਆ? ਠੀਕ ਹੈ, ਤਾਂ ਇਸ ਤੋਂ ਸਮਝ ਲਓ ਬੇਟਾ, ਪਹਿਲਾਂ ਵਰਗ ਵੰਡ ਕੀਤੀ ਗਈ। ਠੀਕ ਹੈ, ਕੁਛ ਨਹੀਂ, ਜਸਟ ਇੱਕ ਵਿਸ਼ੇਸ਼ ਵਰਗ ਨੂੰ ਜਿਹੜਾ ਸਿਰਫ ਕਿਤਾਬਾਂ ਪੜ੍ਹਦਾ ਸੀ ਜਾਂ ਵਿਦਵਤਾ ਦਾ ਕੰਮ ਕਰਦਾ ਸੀ, ਠੀਕ ਹੈ, ਉਸ ਨੂੰ ਸਭ ਤੋਂ ਉੱਚਾ ਮੰਨ ਲਿਆ ਗਿਆ। ਜਿਹੜਾ ਹੱਥੀਂ ਕੰਮ ਕਰਦਾ ਸੀਗਾ, ਜਿਹਦੇ ਨਾਲ ਸਾਰਾ ਸਮਾਜ ਚੱਲਦਾ ਸੀ, ਜਿਹੜਾ ਚੀਜ਼ਾਂ ਬਣਾ ਕੇ ਦਿੰਦਾ ਸੀ, ਕੱਪੜੇ, ਠੀਕ ਹੈ, ਚਮੜੇ ਦੀਆਂ ਚੀਜ਼ਾਂ, ਠੀਕ ਹੈ, ਲੱਕੜ ਦਾ ਕੰਮ, ਉਹਨਾਂ ਨੂੰ ਜਿਹੜਾ ਹੈਗਾ ਨੀਵਾਂ ਰੱਖਿਆ ਗਿਆ, ਉਹਨਾਂ ਨੂੰ ਸ਼ੂਦਰ ਗਿਣਿਆ ਗਿਆ। ਠੀਕ ਹੈ, ਤਾਂ ਇੱਥੇ ਹੀ ਕਬੀਰ ਜੀ ਇੱਥੇ ਕੀ ਕਰਦੇ ਨੇ, ਇੱਕ ਕਟਾਕਸ਼ ਕਰਦੇ ਨੇ। ਉਹਨਾਂ ਦੀ ਪੰਕਤੀ ਵੀ ਹੈ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ, ਤੂੰ ਬ੍ਰਾਹਮਣ ਕਿਵੇਂ ਹੈ? ਹਮ ਕਤ ਸੂਦ, ਹਮ ਕਤ ਲੋਹੂ, ਤੁਮ ਕਤ ਦੂਧ। ਜੇ ਮੇਰੀਆਂ ਨਾੜਾਂ ਦੇ ਵਿੱਚ ਲਹੂ ਹੈ, ਫਿਰ ਤੇਰੀਆਂ ਨਾੜਾਂ ਦੇ ਵਿੱਚ ਕਿਹੜਾ ਦੁੱਧ ਦੌੜ ਰਿਹਾ ਹੈਗਾ? ਤਾਂ ਫਿਰ ਆਪਾਂ ਵੱਖ-ਵੱਖ ਕਿਵੇਂ ਹੋਏ? ਤਾਂ ਬੇਟਾ ਜੀ ਸਮਾਜਿਕ ਸਮਾਨਤਾ ਤੋਂ ਤੁਸੀਂ ਅੱਛੀ ਤਰ੍ਹਾਂ ਹੁਣ ਸਮਝ ਲਿਆ ਹੋਊਗਾ। ਅੱਗੇ ਦੇਖਦੇ ਹਾਂ ਨਾਗਰਿਕ ਸਮਾਨਤਾ। ਇਸ ਨੂੰ ਬੇਟਾ ਕਾਨੂੰਨੀ ਸਮਾਨਤਾ ਵੀ ਕਿਹਾ ਜਾਂਦਾ ਹੈ, ਇਸ ਨੂੰ ਕਿਹਾ ਜਾਂਦਾ ਹੈ ਕਾਨੂੰਨੀ ਸਮਾਨਤਾ। ਠੀਕ ਹੈ, ਲੀਗਲ ਇਕੁਐਲਿਟੀ ਵੀ ਕਿਹਾ ਜਾਂਦਾ ਹੈ। ਇਹ ਕਿਉਂ ਜ਼ਰੂਰੀ ਹੈ? ਕਿਉਂਕਿ ਕਾਨੂੰਨ ਦੇ ਸਾਹਮਣੇ ਸਾਰੇ ਵਿਅਕਤੀ ਸਮਾਨ ਹੋਣੇ ਚਾਹੀਦੇ ਨੇ। ਠੀਕ ਹੈ, ਕਾਨੂੰਨ ਦੇ ਸਾਹਮਣੇ ਕੀ ਹੋਣੇ ਚਾਹੀਦੇ ਨੇ? ਸਾਰੇ ਵਿਅਕਤੀ ਸਮਾਨ ਹੋਣੇ ਚਾਹੀਦੇ ਨੇ। ਅਸੀਂ ਇਸ ਨੂੰ, ਮੈਂ ਤੁਹਾਨੂੰ 2 ਕੇਸਾਂ ਦਾ ਨਾਮ ਵੀ ਦੱਸੇ ਸੀ, ਬੰਦੀ ਸਿੰਘਾਂ ਦੇ ਜੋ ਚੱਲਦੇ ਨੇ, ਅਤੇ ਬਿਲਕਿਸ ਬਾਨੋ ਦਾ ਕੇਸ। ਤੁਸੀਂ ਦੇਖਿਆ ਹੋਣਾ ਕਿ ਇੱਕ ਵਿਸ਼ੇਸ਼ ਵਰਗ ਦੇ ਵਿਅਕਤੀ ਨੂੰ ਆਜ਼ਾਦ ਕਰ ਦਿੱਤਾ ਜਾਂਦਾ ਹੈ, ਹਾਲਾਂਕਿ ਉਹਨਾਂ ਨੇ ਕਿੰਨਾ ਅਣਮਨੁੱਖੀ ਵਰਤਾਰਾ, ਮਤਲਬ ਇੱਕ ਅਣਮਨੁੱਖੀ ਕਾਰਾ ਕੀਤਾ ਸੀਗਾ ਉਹਨਾਂ ਨੇ, ਇੱਕ ਲੇਡੀਜ਼ ਦਾ ਰੇਪ ਕਰਨਾ। ਠੀਕ ਹੈ, ਉਹ ਵੀ ਇੰਨੇ ਜਾਣਿਆਂ ਨੇ, ਔਰ ਉਹਦੇ ਪਰਿਵਾਰ ਦੇ 7-8 ਜੀਆਂ ਨੂੰ ਕਤਲ ਕਰ ਦੇਣਾ, ਉਹਦੀ ਛੋਟੀ ਬੱਚੀ ਨੂੰ ਮਾਰ ਦੇਣਾ। ਠੀਕ ਹੈ, ਤਾਂ ਕਿੰਨਾ ਅਣਮਨੁੱਖੀ ਕਾਰਾ ਸੀਗਾ। ਹੁਣ ਉੱਥੇ ਤੁਸੀਂ ਆਪ ਦੇਖ ਸਕਦੇ ਹੋ ਕਿ ਇੱਕ ਪਾਸੇ ਉਹ ਨਿਰਦੋਸ਼ ਨੇਗੇ, ਜਿਨ੍ਹਾਂ ਨੇ ਕੁਛ ਕੀਤਾ ਵੀ ਨਹੀਂ ਗਾ, ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾ, ਅਤੇ ਜਿਹੜੇ ਨੇ ਕੁਛ ਕੀਤਾ ਸੀਗਾ, ਠੀਕ ਹੈ, ਕਿਉਂਕਿ ਨਾ ਤਾਂ ਬੰਦੀ ਸਿੰਘ ਕੋਈ ਇਹੋ ਜਿਹੀ ਕਾਰਵਾਈ ਕਰ ਰਹੇ ਨੇਗੇ ਜੇਲ੍ਹ ਦੇ ਵਿੱਚ ਰਹਿ ਕੇ ਵੀ ਉਹ ਕੋਈ ਮਤਲਬ ਭੜਕਾ ਰਹੇ ਹੋਣ ਕਿਸੇ ਨੂੰ, ਅਤੇ ਇੱਧਰੋਂ ਇਹਨਾਂ ਨੂੰ ਵੀ ਇਹੀ ਕਹਿ ਕੇ ਛੱਡਿਆ ਗਿਆ ਕਿ ਉਹ ਜੇਲ੍ਹ ਦੇ ਵਿੱਚ ਉਹਨਾਂ ਦਾ ਵਿਵਹਾਰ ਅੱਛਾ ਸੀ। ਤਾਂ ਫਿਰ ਜੇ ਇਹਨਾਂ ਦਾ ਵਿਵਹਾਰ ਅੱਛਾ ਹੋ ਗਿਆ, ਇਹਨੂੰ ਛੱਡਤਾ, ਤਾਂ ਤੁਸੀਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡ ਰਹੇ? ਇਸ ਦਾ ਤੁਸੀਂ ਬੇਟਾ ਆਪਣੇ ਦਿਮਾਗ ਦੇ ਵਿੱਚ ਐਨਾਲਾਈਸਿਸ ਕਰਨਾ। ਇਸੇ ਨੂੰ ਅਸੀਂ ਕੀ ਕਹਿੰਦੇ ਹਾਂ? ਨਾਗਰਿਕ ਸਮਾਨਤਾ ਹੋਣੀ ਜ਼ਰੂਰੀ ਹੈ, ਸਮਾਨਤਾ ਹੋਣੀ ਜ਼ਰੂਰੀ ਹੈ। ਇਸੇ ਕਰਕੇ ਤੁਹਾਨੂੰ ਇਹ ਲੈਸਨ ਪੜ੍ਹਾਇਆ ਜਾ ਰਿਹਾ ਹੈਗਾ। ਅੱਗੇ ਦੇਖੋ ਬੇਟਾ ਜੀ, ਅੱਗੇ ਹੈ ਸਾਡੇ ਕੋਲ ਰਾਜਨੀਤਿਕ ਸਮਾਨਤਾ। ਰਾਜਨੀਤਿਕ ਸਮਾਨਤਾ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਬੇਟਾ ਜੀ? ਪਿੰਡ ਦੇ ਪੰਚ ਸੱਜਣ, ਜਿਹੜੇ ਮਤਲਬ ਉੱਚੀ ਜਾਤੀ ਦੇ ਨਾਲ ਸੰਬੰਧਿਤ ਹੁੰਦੇ ਸੀ, ਉਹੀ ਪੰਚਾਇਤਾਂ ਦੇ ਮੈਂਬਰ ਬਣਦੇ ਸੀ, ਉਹੀ ਪੰਚ ਬਣਦੇ ਸੀ, ਉਹੀ ਸਰਪੰਚ ਬਣਦੇ ਸੀ। ਤਾਂ ਗਰੀਬ ਬੰਦਾ, ਜਿਹੜਾ ਸ਼ੂਦਰ ਬੰਦਾ ਸੀ, ਉਹਨੂੰ ਤਾਂ ਉਹ ਪਰਛਾਵਾਂ ਵੀ ਨਹੀਂ ਪੈਣ ਦਿੰਦੇ ਸੀਗੇ। ਤਾਂ ਸਾਡੇ ਸਮਾਨਤਾ ਦੇ ਅਧਿਕਾਰ ਦੇ ਵਿੱਚ ਇਹ ਵਿਸ਼ੇਸ਼ ਲਿਆਂਦਾ ਗਿਆ ਕਿ ਗਰੀਬ ਅਤੇ ਸ਼ੂਦਰ ਨੂੰ, ਜੋ ਵੀ ਗਰੀਬ ਹੈ ਉਹਨੂੰ ਵੀ ਮੌਕਾ ਦੇਣਾ ਸਾਡੇ ਲਈ ਲਾਜ਼ਮੀ ਹੈਗਾ, ਤਾਂ ਕਿ ਉਹ ਵੀ ਆਪਣੇ ਵਰਗ ਦਾ ਵਿਕਾਸ ਕਰ ਸਕੇ। ਠੀਕ ਹੈ, ਜੇ ਕੋਈ ਸਰਕਾਰੀ ਨੌਕਰੀ 'ਤੇ ਜਿਹਦੀ ਤਾਂ ਪਹੁੰਚ ਹੁੰਦੀ ਸੀ, ਉਹ ਤਾਂ ਸਰਕਾਰੀ ਨੌਕਰੀ ਲੈ ਜਾਂਦਾ, ਗਰੀਬ ਬੰਦਾ ਉੱਥੇ ਦਾ ਉੱਥੇ ਉਹ ਮਜ਼ਦੂਰੀ ਕਰਨ 'ਤੇ ਰਹਿ ਜਾਂਦਾ। ਆਮ ਤੌਰ 'ਤੇ ਇੱਕ ਵਾਕ ਵਰਤਿਆ ਜਾਂਦਾ ਸੀ ਕਿ ਇਹ ਤਾਂ ਸਾਡੀਆਂ ਖੁਰਲੀਆਂ ਦੇ ਵਿੱਚ ਹੱਥ ਮਾਰਨ ਵਾਲੇ ਨੇ, ਇਹਨਾਂ ਨੂੰ ਪੜ੍ਹਾਉਣ ਦਾ ਕੀ ਫਾਇਦਾ ਗਾ। ਤਾਂ ਇਹ ਹੈਗਾ ਸੀ ਬੇਟਾ ਜੀ, ਰਾਜਨੀਤਿਕ ਸਮਾਨਤਾ ਲੈ ਕੇ ਆਉਣੀ ਸਾਡੇ ਲਈ ਜ਼ਰੂਰੀ ਸੀ। ਰਾਜਨੀਤਿਕ ਸਮਾਨਤਾ ਦਾ ਮਤਲਬ ਕੀ ਹੈਗਾ? ਕਿ ਹਰੇਕ ਵਰਗ ਚੋਣਾਂ ਲੜ ਸਕੇ, ਵੋਟ ਹਰੇਕ ਵਰਗ ਪਾ ਸਕੇ। ਠੀਕ ਹੈ ਬੇਟਾ ਜੀ। ਅੱਗੇ ਦੇਖੋ, ਹੁਣ ਤੁਸੀਂ ਇਸ ਦਾ ਐਨਾਲਾਈਸਿਸ ਕਰਨਾ ਕਿ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਦੇਖ ਰਹੇ ਹੋ ਕਿ ਅਸੀਂ ਰਾਜਨੀਤਿਕ ਸਮਾਨਤਾ ਪਾ ਲਈ ਹੈ, ਪ੍ਰਾਪਤ ਕਰ ਲਈ ਹੈ। ਇਸ ਦਾ ਜਵਾਬ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਜੀ। ਆਰਥਿਕ ਸਮਾਨਤਾ ਬੇਟਾ ਜੀ, ਆਰਥਿਕ ਸਮਾਨਤਾ ਹਰ ਵਿਅਕਤੀ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਹੋ ਰਹੀ ਹੈ। ਠੀਕ ਹੈ, ਕੋਈ ਭੁੱਖਾ ਤਾਂ ਨਹੀਂ ਸੌ ਰਿਹਾ। ਤਾਂ ਇੱਥੇ ਨਾ ਇੱਕ ਮਤਲਬ ਵਾਕ ਸੀਗਾ, ਸ਼ਾਇਦ ਲਾਸਕੀ ਨੇ ਕਿਹਾ ਸੀਗਾ, ਉਹ ਕਹਿੰਦਾ ਕਿ ਵੀ ਜੇ ਮੇਰਾ ਗਵਾਂਢੀ ਭੁੱਖਾ ਹੈ ਤਾਂ ਮੈਨੂੰ ਕੇਕ ਖਾਣ ਦਾ ਕੋਈ ਹੱਕ ਨਹੀਂ। ਠੀਕ ਹੈ, ਜੇ ਮੈਂ ਕੇਕ ਖਾ ਰਿਹਾ ਅਤੇ ਮੇਰਾ ਗਵਾਂਢੀ ਭੁੱਖਾ ਹੈ, ਤਾਂ ਇੱਥੇ ਅਸੀਂ ਕੀ ਕਹਿ ਸਕਦੇ ਕਿ ਆਰਥਿਕ ਇੱਕ ਪਾੜਾ ਪਿਆ ਹੋਇਆ ਗਰੀਬ ਅਤੇ ਅਮੀਰ ਦਾ। ਤਾਂ ਅਸੀਂ ਜਿੱਥੋਂ ਤੱਕ ਆਰਥਿਕ ਸਮਾਨਤਾ ਦੀ ਗੱਲ ਕਰਦੇ ਹਾਂ, ਤਾਂ ਹਰੇਕ ਵਿਅਕਤੀ ਦੀਆਂ ਮੁੱਢਲੀਆਂ ਲੋੜਾਂ, ਸਿਹਤ, ਸਿੱਖਿਆ, ਠੀਕ ਹੈ, ਰੋਟੀ, ਕੱਪੜਾ, ਮਕਾਨ,
ਇਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਸਾਰਿਆਂ ਨੂੰ ਹੀ ਮਿਲਣਾ ਚਾਹੀਦਾ ਹੈਗਾ। ਸਰਕਾਰ ਕਈ ਪੋਲਿਸੀਜ਼ ਲੈ ਕੇ ਆਉਂਦੀ ਹੈ, ਜਿਵੇਂ ਜਿਵੇਂ ਹੁਣ ਕਹਿ ਦਈਏ ਆਟਾ ਦਾਲ ਸਕੀਮ ਹੋ ਗਈ, ਠੀਕ ਹੈ, ਤਾਂ ਕਿ ਉਹ ਮੁੱਢਲੀਆਂ ਲੋੜਾਂ ਜਿਹੜੀਆਂ ਹੈਗੀਆਂ ਨੇ ਰੋਟੀ ਦੀਆਂ, ਠੀਕ ਹੈ, ਕੱਪੜੇ ਦੀਆਂ, ਰੁਜ਼ਗਾਰ ਦੀਆਂ, ਜਿਵੇਂ ਮਨਰੇਗਾ ਚੱਲ ਰਿਹਾ ਹੈਗਾ, ਇਹ ਲੋੜਾਂ ਨੇ ਜਿਹੜੀਆਂ ਪੂਰੀਆਂ ਹੋ ਸਕਣ। ਠੀਕ ਹੈ ਬੇਟਾ ਜੀ, ਇਸੇ ਨੂੰ ਅਸੀਂ ਕਹਿੰਦੇ ਹਾਂ ਆਰਥਿਕ ਸਮਾਨਤਾ। ਹੁਣ ਸੁਤੰਤਰਤਾ ਅਤੇ ਸਮਾਨਤਾ ਦਾ ਜਿਹੜੀਆਂ ਕੁਛ ਕੁ ਸਿਮਿਲੈਰਿਟੀਜ਼ ਪਾਈ ਜਾਂਦੀਆਂ ਨੇ, ਉਹ ਦੇਖੋ ਕਿ ਇਹਨਾਂ ਦਾ ਉਦੇਸ਼ ਹੈ ਜਿਹੜਾ ਸਾਂਝਾ ਹੈਗਾ। ਆਪਾਂ ਜਿਹੜਾ ਹੈਗਾ ਦੂਜੀ ਬੁੱਕ ਦੇ ਵਿੱਚ ਪੜ੍ਹਿਆ ਸੀਗਾ ਕਿ ਲਿਬਰਟੀ, ਇਕੁਐਲਿਟੀ ਅਤੇ ਫਰੈਟਰਨਿਟੀ ਕਿੱਥੋਂ ਲਈਆਂ ਨੇ ਅਸੀਂ? ਫਰਾਂਸ ਦੇ ਲੋਕਾਂ ਤੋਂ ਲਈਆਂ ਨੇਗੀਆਂ, ਠੀਕ ਹੈ, ਸਾਡੀ ਪ੍ਰੈਂਬਲ ਦਾ ਹਿੱਸਾ ਵੀ ਨੇ ਇਹ। ਤਾਂ ਵਿਅਕਤੀ ਦੇ ਵਿਕਾਸ ਦੇ ਲਈ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ ਇਹ ਜ਼ਰੂਰੀ ਨੇਗੀਆਂ, ਦੋਨਾਂ ਦਾ ਉਦੇਸ਼ ਸਾਂਝਾ ਹੈਗਾ, ਕਿਉਂਕਿ ਇਹ ਹੋਣਗੀਆਂ ਤਾਂ ਉਚਿਤ ਵਾਤਾਵਰਣ ਪੈਦਾ ਹੋਊਗਾ, ਇੱਕ ਇਨਵਾਇਰਮੈਂਟ ਮਿਲੂਗਾ ਜਿਹਦੇ ਵਿੱਚ ਵਿਕਾਸ ਹੋ, ਮਨੁੱਖ ਦੀ ਡਿਵੈਲਪਮੈਂਟ ਹੋਊਗੀ। ਅੱਗੇ ਦੇਖੋ, ਨਾਗਰਿਕ ਸੁਤੰਤਰਤਾ ਦੇ ਲਈ ਕਾਨੂੰਨ ਬਰਾਬਰ ਹੋਣਾ, ਕਾਨੂੰਨ ਦੇ ਸਾਹਮਣੇ ਬਰਾਬਰ ਹੋਣਾ ਜ਼ਰੂਰੀ ਹੈਗਾ, ਠੀਕ ਹੈ। ਜੇ ਨਾਗਰਿਕ ਬਰਾਬਰ ਹੋਣਗੇ ਸਾਰਿਆਂ ਦੇ, ਇਹ ਨਹੀਂ ਹੋਊਗਾ ਕਿ ਰਾਜਨੀਤਿਕ ਲੋਕ ਨੇ ਜਿਹੜੇ ਉਹ ਕਾਨੂੰਨ ਤੋਂ ਬਚ ਜਾਣ ਅਤੇ ਗਰੀਬ ਫਸ ਜਾਣਗੇ, ਠੀਕ ਹੈ। ਇਸ ਕਰਕੇ ਸਾਨੂੰ ਸਮਾਨਤਾ ਅਤੇ ਸੁਤੰਤਰਤਾ ਦੋਨੇ ਹੋਣੀਆਂ ਜ਼ਰੂਰੀ ਨੇ। ਹੁਣ ਦੇਖੋ ਇਹਨਾਂ ਦੇ ਵਿੱਚ ਸੰਬੰਧ ਕੀ ਨੇ, ਜਿਵੇਂ ਬੜੋ ਹੌਬਸਨ ਕਹਿੰਦਾ, ਇੱਕ ਭੁੱਖੇ ਮਰ ਰਹੇ ਮਨੁੱਖ ਲਈ ਸੁਤੰਤਰਤਾ ਦਾ ਕੀ ਲਾਭ ਹੈ? ਉਹ ਸੁਤੰਤਰਤਾ ਨੂੰ ਨਾ ਤਾਂ ਖਾ ਸਕਦਾ ਹੈ ਅਤੇ ਨਾ ਹੀ ਪੀ ਸਕਦਾ ਹੈ, ਠੀਕ ਹੈ। ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ, ਭਾਵ ਵਿਅਕਤੀ ਲਈ ਪੇਟ ਦੀ ਭੁੱਖ ਸਭ ਤੋਂ ਮਹੱਤਵਪੂਰਨ ਹੈ। ਆਰਥਿਕ ਤੰਗੀ ਹੀ ਵਿਅਕਤੀ ਨੂੰ ਕਈ ਵਾਰ ਚੋਰ, ਡਾਕੂ, ਲੁਟੇਰਾ ਅਤੇ ਭਿਖਾਰੀ ਨੌਕਰ ਬਣਾ ਸਕਦੀ ਹੈ, ਠੀਕ ਹੈ। ਆਰਥਿਕ ਤੰਗੀ ਜੁਰਮ, ਜੇਕਰ ਕੋਈ ਵਿਅਕਤੀ ਆਰਥਿਕ ਤੌਰ 'ਤੇ ਇੰਨਾ ਤੰਗ ਹੋ ਚੁੱਕਿਆ ਹੈ ਕਿ ਵਿਚਾਰੇ ਦੇ ਰੋਟੀ ਪੇਟ ਭਰਨ ਨੂੰ ਵੀ ਹੈ ਨਹੀਂ, ਤਾਂ ਉਹਨੂੰ ਅਪਰਾਧ ਕਰਨ 'ਤੇ ਮਜਬੂਰ ਕਰੂਗੀ, ਉਹ ਚੋਰ ਬਣਾਉਣ 'ਤੇ ਮਜਬੂਰ ਕਰੂ, ਡਾਕੂ ਬਣਨ 'ਤੇ ਮਜਬੂਰ ਕਰੂ, ਠੀਕ ਹੈ। ਲਾਸਕੀ ਦੀ ਆਪਾਂ ਗੱਲ ਕਰ ਹੀ ਰਹੀ ਸੀਗੀ ਕਿ ਜਿੱਥੇ ਅਮੀਰ ਅਤੇ ਗਰੀਬ, ਪੜ੍ਹੇ ਲਿਖੇ ਅਤੇ ਅਨਪੜ੍ਹ ਹੋਣਗੇ, ਉੱਥੇ ਸਾਨੂੰ ਹਮੇਸ਼ਾ ਮਾਸਟਰ ਅਤੇ ਨੌਕਰ ਮਿਲਣਗੇ। ਹੁਣ ਬੇਟਾ ਆਪਾਂ ਜਿਹੜਾ ਹੈਗਾ ਇਹ ਤਾਂ ਜਿਹੜਾ ਚੱਲ ਰਿਹਾ ਹੈਗਾ ਇਹ ਪੜ੍ਹ ਰਹੇ ਹਾਂ ਆਰਥਿਕ ਸਮਾਨਤਾ ਅਤੇ ਰਾਜਨੀਤਿਕ ਸਮਾਨਤਾ ਦੇ ਵਿੱਚ ਸੰਬੰਧ ਪੜ੍ਹ ਰਹੇ ਹਾਂ ਆਪਾਂ, ਠੀਕ ਹੈ। ਆਰਥਿਕ ਸਮਾਨਤਾ ਦੇ ਵਿੱਚ ਅਤੇ ਰਾਜਨੀਤਿਕ ਸਮਾਨਤਾ ਦੇ ਵਿੱਚ ਕੀ ਸੰਬੰਧ ਹੈ? ਪਹਿਲਾਂ ਆਪਾਂ ਨੇ ਕਿੱਥੋਂ ਤੱਕ ਪੜ੍ਹ ਲਿਆ ਕਿ ਇਹਨਾਂ ਦੋਨਾਂ ਦੇ ਵਿੱਚ ਸਿਮਿਲੈਰਿਟੀਜ਼ ਕੀ ਨੇਗੀਆਂ, ਸੁਤੰਤਰਤਾ ਅਤੇ ਸਮਾਨਤਾ ਦੇ ਵਿੱਚ ਸਿਮਿਲੈਰਿਟੀਜ਼ ਕੀ ਨੇ? ਤਾਂ ਤੁਸੀਂ 2 ਪੁਆਇੰਟ ਲਿਖ ਲੈਣੇ ਨੇਗੇ, ਕਿਹੜੇ ਕਿਹੜੇ? ਦੋਨਾਂ ਦਾ ਉਦੇਸ਼ ਸਾਂਝਾ ਹੈਗਾ ਅਤੇ ਨਾਗਰਿਕ ਸੁਤੰਤਰਤਾ ਲਈ ਕਾਨੂੰਨ ਦੇ ਸਾਹਮਣੇ ਬਰਾਬਰ ਹੋਣਾ ਜ਼ਰੂਰੀ ਹੈਗਾ। ਤਾਂ ਹੁਣ ਆਰਥਿਕ ਸਮਾਨਤਾ ਅਤੇ ਰਾਜਨੀਤਿਕ ਸਮਾਨਤਾ ਦੇ ਵਿੱਚ ਕੀ ਸੰਬੰਧ ਨੇ? ਇਹ ਕੁਐਸਚਨ ਬਣ ਸਕਦਾ ਹੈਗਾ, ਠੀਕ ਹੈ। ਇਹ ਗੱਲ ਤੁਸੀਂ ਸਮਝ ਲਈ ਵੀ ਜੇਕਰ ਬੰਦਾ ਭੁੱਖਾ ਮਰ ਰਿਹਾ ਹੈ ਤਾਂ ਫਿਰ ਉਹ ਰਾਜਨੀਤੀ 'ਚ ਤਾਂ ਹਿੱਸਾ ਲੈ ਹੀ ਨਹੀਂ ਸਕਦਾ, ਕਿਉਂਕਿ ਰਾਜਨੀਤੀ ਤਾਂ ਵੱਡੇ ਬੰਦਿਆਂ ਦੀ ਖੇਡ ਹੈਗੀ, ਛੋਟਾ ਬੰਦਾ ਤਾਂ ਇਹਦੇ ਵਿੱਚ ਜਾ ਨਹੀਂ ਸਕਦਾ। ਤਾਂ ਰਾਜਨੀਤਿਕ ਸੁਤੰਤਰਤਾ ਤੋਂ ਮਤਲਬ ਕੀ ਸਮਝਦੇ ਹੋ? ਕਿ ਤੁਹਾਨੂੰ ਵੋਟ ਪਾਉਣ ਦੀ ਸੁਤੰਤਰਤਾ ਹੋਵੇ, ਚੋਣਾਂ ਲੜਨ ਦੀ ਸੁਤੰਤਰਤਾ ਹੋਵੇ, ਸਰਕਾਰੀ ਅਹੁਦੇ ਪ੍ਰਾਪਤ ਕਰਨ ਦੀ ਸੁਤੰਤਰਤਾ ਹੋਵੇ, ਠੀਕ ਹੈ, ਸਰਕਾਰ ਦੀ ਆਲੋਚਨਾ ਕਰਨ ਦੀ ਸੁਤੰਤਰਤਾ ਹੋਵੇ, ਬੇਨਤੀ ਕਰਨ ਦੀ, ਰਾਜਨੀਤਿਕ ਦਲ ਬਣਾਉਣ ਦੀ, ਅਖਬਾਰਾਂ, ਰਸਾਲੇ ਅਤੇ ਹੋਰ ਛਾਪੇਖਾਨੇ ਬਣਾਉਣ ਦੀ ਤੁਹਾਨੂੰ ਸੁਤੰਤਰਤਾ ਹੋਵੇ। ਤੁਸੀਂ ਇੱਕ ਗੱਲ ਦੇਖ ਸਕਦੇ ਹੋ ਕਿ ਦੇਖੋ ਜਿਹੜਾ ਬੰਦਾ ਵਿਚਾਰਾ ਮਜ਼ਦੂਰੀ ਕਰਦਾ ਹੈ, ਸਾਰਾ ਦਿਨ ਮਜ਼ਦੂਰੀ ਕਰਦਾ ਰਹਿੰਦਾ ਹੈਗਾ, ਉਹ ਟੈਸਟਾਂ ਦੀ ਤਿਆਰੀ ਵੀ ਕਿੱਥੋਂ ਕਰ ਲੂਗਾ, ਠੀਕ ਹੈ। ਟੈਸਟਾਂ ਦੀ ਤਿਆਰੀ ਤਾਂ ਉਹ ਕਰ ਨਹੀਂ ਸਕਣਾ, ਫਿਰ ਉਹ ਸਰਕਾਰੀ ਅਹੁਦਾ ਵੀ ਕਿੱਥੋਂ ਪ੍ਰਾਪਤ ਕਰ ਲੂਗਾ? ਚੋਣਾਂ ਤਾਂ ਉਹ ਲੜ ਹੀ ਨਹੀਂ ਸਕਦਾ, ਕਿਉਂਕਿ ਉਹਦਾ ਕੰਮ ਕੀ ਹੈ? ਉਹਦਾ ਕੰਮ ਮਜ਼ਦੂਰੀ ਹੈ, ਰਾਜਨੀਤੀ ਨਹੀਂ। ਜੇਕਰ ਅਸੀਂ ਉਸ ਦਾ ਕੰਮ ਰਾਜਨੀਤੀ ਬਣਾਉਣਾ ਹੈਗਾ ਤਾਂ ਉਹਨੂੰ ਆਰਥਿਕ ਪੱਖ ਤੋਂ ਅਸੀਂ ਤਕੜਾ ਕਰਨਾ ਹੋਊਗਾ। ਕਿਹੜੇ ਪੱਖ ਤੋਂ ਤਕੜਾ ਕਰਨਾ ਹੋਊਗਾ? ਆਰਥਿਕ ਪੱਖ ਤੋਂ ਉਹਨੂੰ ਤਕੜਾ ਕਰਨਾ ਪਊਗਾ, ਜੇਕਰ ਉਸ ਨੂੰ ਰਾਜਨੀਤਿਕ ਤੌਰ 'ਤੇ ਅਸੀਂ ਮਜ਼ਬੂਤ ਬਣਾਉਣਾ ਹੈਗਾ। ਤਾਂ ਆਰਥਿਕ ਸਮਾਨਤਾ ਬੇਟਾ ਕੀ ਹੁੰਦੀ ਹੈਗੀ? ਹਰ ਵਿਅਕਤੀ ਨੂੰ ਕਮਾਉਣ ਦੇ ਬਰਾਬਰ ਮੌਕੇ ਦਿੱਤੇ ਜਾਣ, ਯੋਗਤਾ ਅਨੁਸਾਰ ਪੂਰੀ ਤਨਖਾਹ ਦਿੱਤੀ ਜਾਵੇ, ਮੁੱਢਲੀਆਂ ਲੋੜਾਂ ਦੀ ਪੂਰਤੀ ਕੀਤੀ ਜਾਵੇ, ਠੀਕ ਹੈ, ਸ਼ੋਸ਼ਣ ਖਤਮ ਕੀਤਾ ਜਾਵੇ, ਮਾਲਕ ਅਤੇ ਨੌਕਰ ਦੀ ਵਿਵਸਥਾ ਨੂੰ ਖਤਮ ਕੀਤਾ ਜਾਵੇ। ਤਾਂ ਬੇਟਾ ਜੀ ਇਹ ਕੁਛ ਪੁਆਇੰਟ ਸੀਗੇ। ਹੁਣ ਦੇਖੋ, ਜੇਕਰ ਅਸੀਂ ਰਾਜਨੀਤਿਕ ਅਤੇ ਆਰਥਿਕ ਸਮਾਨਤਾ ਨਹੀਂ ਲੈ ਕੇ ਆਉਂਦੇ ਤਾਂ ਕੀ ਉਹਦੇ ਨਤੀਜੇ ਨਿਕਲਣਗੇ, ਠੀਕ ਹੈ। ਤਾਂ ਗਰੀਬ ਵਿਅਕਤੀ ਨੂੰ ਜੇ ਤੁਸੀਂ ਰਾਜਨੀਤਿਕ ਦੇ ਵਿੱਚ ਲਿਆਉਣਾ, ਰਾਜਨੀਤੀ ਦੇ ਵਿੱਚ ਲਿਆਉਣਾ ਹੈ, ਤਾਂ ਹੈ ਉਹ ਗਰੀਬ ਹੈ ਤਾਂ ਉਹਦੇ ਕੀ ਨੁਕਸਾਨ ਹੋਣਗੇ? ਸਭ ਤੋਂ ਪਹਿਲਾਂ ਤਾਂ ਉਹ ਵਿਚਾਰਾ ਆਪਣੇ ਮੁੱਢਲੀਆਂ ਲੋੜਾਂ ਦੀ ਪੂਰਤੀ ਨਹੀਂ ਕਰਦਾ, ਤਾਂ ਵੋਟ ਦੇ ਅਧਿਕਾਰ ਦੀ ਉਹ ਗਲਤ ਵਰਤੋਂ ਕਰੂਗਾ, ਕਿਉਂਕਿ ਇਹ ਲੋਕ ਜਿਹੜੇ ਹੈਗੇ ਨੇਗੇ ਇਹ ਤਾਂ ਮਤਲਬ ਅਮੀਰ ਘਰਾਣੇ ਨਾਲ ਸੰਬੰਧਿਤ ਹੋਣਗੇ, ਇਹਨਾਂ ਦੀਆਂ ਲੋੜਾਂ ਤਾਂ ਪੂਰੀਆਂ ਹੋਣਗੀਆਂ। ਇਹ ਇਹਨਾਂ ਨੂੰ ਆਟਾ ਦਾਲ ਸਕੀਮ 'ਚ ਹੀ ਉਲਝਾ ਲੈਣਗੇ ਵੀ ਅਸੀਂ ਤਾਂ ਤੁਹਾਨੂੰ ਆਟਾ ਦਾਲ ਦੇਵਾਂਗੇ, ਅਸੀਂ ਤੁਹਾਨੂੰ 100 ਦਿਨ ਰੁਜ਼ਗਾਰ ਦੇਵਾਂਗੇ,
ਠੀਕ ਹੈ, ਇਹਨਾਂ ਚੀਜ਼ਾਂ ਦੇ ਵਿੱਚ ਉਲਝ ਜੂ। ਹਾਲਾਂਕਿ ਉਹਨੂੰ 100 ਦਿਨ ਰੁਜ਼ਗਾਰ ਨਹੀਂ ਚਾਹੀਦਾ, ਉਹਨੂੰ ਸਾਲ 365 ਦਿਨ ਰੁਜ਼ਗਾਰ ਚਾਹੀਦਾ ਹੈਗਾ। ਠੀਕ ਹੈ, ਤਾਂ ਕਿ ਉਹ ਆਪਣੀ ਮੁੱਢਲੀਆਂ ਲੋੜਾਂ ਪੂਰਤੀ ਕਰ ਸਕੇ। ਅਤੇ ਦੂਜੀ ਗੱਲ, ਉਹਨੂੰ ਇਕੱਲਾ ਰੁਜ਼ਗਾਰ ਨਹੀਂ ਚਾਹੀਦਾ, ਉਹਨੂੰ ਪੈਸੇ ਵੀ ਚਾਹੀਦੇ ਹੁੰਦੇ, ਮਹੀਨੇ ਦੇ ਮਹੀਨੇ ਉਹ ਪੈਸੇ ਵੀ ਪ੍ਰੋਵਾਈਡ ਕਰਵਾਏ ਜਾਣ। ਠੀਕ ਹੈ, ਇਹ ਤਾਂ ਹੋ ਗਿਆ ਵੋਟ ਦੇ ਅਧਿਕਾਰ ਦੀ ਗਲਤ ਵਰਤੋਂ ਕਰੂਗਾ, ਕਿਉਂਕਿ ਉਹਨਾਂ ਨੂੰ ਜੋ ਮਤਲਬ ਕਹਿ ਦਈਏ ਆਪਾਂ ਗੱਲਾਂ ਦੇ ਵਿੱਚ ਆ ਜਾਊਗਾ ਉਹ, ਰਾਜਨੀਤੀਵਾਨ ਲੋਕਾਂ ਦੀਆਂ, ਠੀਕ ਹੈ, ਪੋਲੀਟੀਕਲ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਆ ਜਾਊਗਾ ਉਹ। ਉਦੋਂ ਬਾਅਦ ਦੂਜਾ ਹੈਗਾ, ਗਰੀਬ ਵਿਅਕਤੀ ਲਾਲਚ ਵਿੱਚ ਫਸ ਜਾਂਦਾ ਹੈਗਾ। ਠੀਕ ਹੈ, ਲਾਲਚ 'ਚ ਜੇ ਉਹਨੂੰ ਵੋਟ ਵੀ ਵੇਚ ਸਕਦਾ ਹੈਗਾ ਉਹ। ਠੀਕ ਹੈ, ਵੀ ਹਾਂ ਮੇਰਾ ਤਾਂ ਮਤਲਬ ਅੱਜ ਮੈਨੂੰ ਰੋਟੀ ਨਹੀਂ ਮਿਲੀ ਤਾਂ ਮੈਨੂੰ ਰੋਟੀ ਦੇ ਦਿਓ, ਮੈਂ ਤੁਹਾਨੂੰ ਪੈਸੇ ਮਤਲਬ ਵੋਟ ਪਾ ਦੂੰਗਾ। ਠੀਕ ਹੈ, ਬਟ ਇਹ ਦੋਨੇ ਪੁਆਇੰਟ ਇੱਕੋ ਜਿਹੇ ਹੋ ਗਏ। ਬੇਟਾ ਚੋਣਾਂ ਤਾਂ ਲੜ ਹੀ ਨਹੀਂ ਸਕਦਾ, ਜਿਹਨੇ ਵਿਚਾਰੇ ਨੇ ਕਰਨੀ ਮਜ਼ਦੂਰੀ, ਉਹਦੇ ਕੋਲ ਇੰਨਾ ਟਾਈਮ ਕਿੱਥੇ ਉਹ ਜਿਹਦੇ ਤਾਂ ਘਰੇ ਤਾਂ ਜਵਾਕ ਭੁੱਖੇ ਮਰਨਗੇ। ਠੀਕ ਹੈ, ਉਹ ਕਿੱਥੇ ਜਾ ਕੇ ਮਤਲਬ ਆਪਣੀ ਪਾਰਟੀਆਂ ਦਾ ਪ੍ਰਚਾਰ ਕਰਦਾ ਫਿਰੂਗਾ। ਅਤੇ ਦੂਜੀ ਗੱਲ, ਪ੍ਰੈਸ 'ਤੇ ਅਮੀਰਾਂ ਦਾ ਕਬਜ਼ਾ। ਇਹ ਪੁਆਇੰਟ ਬੇਟਾ ਵੈਰੀ ਵੈਰੀ ਇੰਪੋਰਟੈਂਟ ਹੈ। ਤੁਸੀਂ ਇਸ ਦਾ ਜਿਹੜਾ ਹੈਗਾ ਐਨਾਲਾਈਸਿਸ ਕਰਕੇ ਮੈਨੂੰ ਦੱਸਣਾ ਹੈਗਾ ਕਿ ਕੀ ਪ੍ਰੈਸ ਕਰ ਰਹੀ ਹੈਗੀ ਸਾਡੇ ਮਤਲਬ ਕਹਿ ਦਈਏ ਪ੍ਰੈਸ ਝੂਠ। ਅੱਜ ਕੱਲ੍ਹ ਜਿਹੜੀ ਹੈਗੀ ਦੁਕਾਨਦਾਰੀ ਹੋ ਗਈ, ਪ੍ਰੈਸ ਵੀ ਦੁਕਾਨਦਾਰੀ ਹੋ ਗਈ, ਅਮੀਰਾਂ ਦਾ ਕਬਜ਼ਾ ਹੈਗਾ ਇਹ 'ਤੇ। ਠੀਕ ਹੈ, ਜੇਕਰ ਕੋਈ ਨਵੀਂ ਪਾਰਟੀ ਖੜੀ ਹੁੰਦੀ ਹੈ ਜਾਂ ਕੋਈ ਚੰਗਾ ਕੰਮ ਕਰਨਾ ਸ਼ੁਰੂ ਕਰਦੀ ਹੈ ਤਾਂ ਉਹਦੀ ਆਲੋਚਨਾ ਜਿਹੜੇ ਦੂਜੇ ਲੀਡਰ ਨੇ ਇਹਨਾਂ ਚੈਨਲਾਂ ਦੇ ਰਾਹੀਂ ਕਰਵਾਉਂਦੇ ਨੇਗੇ, ਪ੍ਰੈਸ ਦੇ ਰਾਹੀਂ ਕਰਵਾਉਂਦੇ ਨੇਗੇ। ਸੋ ਬੇਟਾ ਜੀ, ਉਮੀਦ ਕਰਦਾ ਤੁਹਾਨੂੰ ਸਮਾਨਤਾ ਵਾਲਾ ਜੋ ਲੈਸਨ ਹੈ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ ਅਤੇ ਤੁਸੀਂ ਸਾਰਿਆਂ ਨੇ ਸੁਣਿਆ ਵੀ ਹੋਊਗਾ, ਅਤੇ ਸਾਰਿਆਂ ਦੇ ਜਵਾਬ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਨੇਗੇ ਜੀ। ਧੰਨਵਾਦ।